Dear student, today we are going to discuss the variation of acceleration due to gravity with depth. ਪਹਿਲਾ ਅਸੀਂ ਹਾਈਟ ਦੇ ਨਾਲ ਗ੍ਰੈਵਿਟੀ ਦੇ ਉੱਪਰ ਕੀ ਅਸਰ ਪੈਂਦਾ ਹੈ ਉਹਦੇ ਬਾਰੇ ਅਸੀਂ ਡਿਸਕਸ ਕੀਤਾ ਕਿ ਹਾਈਟ ਦੇ ਨਾਲ ਗ੍ਰੈਵਿਟੀ ਜਿਹੜੀ ਹੈ ਉਹ ਡਿਕਰੀਜ਼ ਹੋ ਜਾਂਦੀ ਹੈ। ਹੁਣ ਅਸੀਂ ਡੈਪਥ ਦਾ ਗ੍ਰੈਵਿਟੀ ਦੇ ਉੱਪਰ ਜਿਹੜਾ ਅਸਰ ਜਿਹੜਾ ਹੈ ਇਫੈਕਟ ਜਿਹੜਾ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਆਓ ਇਸ ਨੂੰ ਜਿਹੜਾ ਹੈ ਡਿਟੇਲ ਵਿੱਚ ਸਮਝੀਏ। ਇਨ ਦਾ ਫਿਗਰ this sphere represents the earth। बेटा जेड़ा आ स्फीयर ਤੁਹਾਨੂੰ ਨਜ਼ਰ ਆ ਰਿਹਾ ਹੈ ਜਿਹਦਾ ਰੇਡੀਅਸ ਟੋਟਲ ਦੇਖੋ r ਹੈ that is earth। ਇਹ ਇੱਕ ਹੋਮੋਜੀਨੀਅਸ ਸਫੀਅਰ ਹੈ। ਹੋਮੋਜੀਨੀਅਸ ਦਾ ਮਤਲਬ ਕਿ ਅਰਥ ਦੀ ਡੈਂਸਿਟੀ ਹਰ ਇੱਕ ਪੁਆਇੰਟ ਤੇ ਜਿਹੜੀ ਹੈ ਉਹ ਸੇਮ ਹੈ। ਕੰਸੀਡਰ अर्थ टू बी अ होमोजीनियस स्फीयर। अर्थ ਨੂੰ ਅਸੀਂ ਇੱਕ ਹੋਮੋਜੀਨੀਅਸ ਸਫੀਅਰ ਮੰਨ ਲਿਆ ਜਿਹਦਾ ਰੇਡੀਅਸ ਕਿੰਨਾ ਹੈ r ਤੇ ਜਿਹਦਾ ਆਪਣਾ ਮਾਸ ਹੈ ਉਹ ਹੈਗਾ ਸਾਡੇ ਕੋਲ ਕੈਪੀਟਲ M। ਟੋਟਲ ਅਰਥ ਦਾ ਮਾਸ rho be the uniform density of the material of earth। अर्थ जिस भी मटीरियल ਦੀ ਬਣੀ ਹੈ ਉਹਦੀ ਡੈਂਸਿਟੀ ਹਰ ਇੱਕ ਪੁਆਇੰਟ ਤੇ ਸੇਮ ਹੈ। ਜਿੱਥੇ ਮਰਜੀ ਜਾ ਕੇ ਚੈੱਕ ਕਰ ਲਓ ਹਰ ਜਗ੍ਹਾ ਤੇ ਡੈਂਸਿਟੀ ਜਿਹੜੀ ਹੈ ਅਸੀਂ ਸੇਮ ਮੰਨ ਕੇ ਚੱਲੇ ਆ। ਉਹ ਡੈਂਸਿਟੀ ਦੀ ਵੈਲਿਊ ਕਿੰਨੀ ਹੈ ਸਾਡੇ ਕੋਲ ਰੋ। ਜਦੋਂ ਬਾਡੀ ਸਾਡੀ ਕਿੱਥੇ ਹੈਗੀ ਆ ਪਲੇਸਡ ਔਨ ਦਾ ਸਰਫੇਸ ਆਫ ਅਰਥ। ਜਦੋਂ ਸਾਡੀ ਬਾਡੀ ਸਰਫੇਸ ਆਫ ਅਰਥ ਦੇ ਉੱਪਰ ਹੈ ਤੇ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਹੈ ਤੇ ਉੱਥੇ ਗ੍ਰੈਵਿਟੀ ਕਿੰਨੀ ਹੁੰਦੀ ਹੈ G is equal to gm over r square। this is the value of gravity on the surface of earth। बेटा इथों तक आई थिंक कि ਤੁਹਾਨੂੰ ਸਾਰਾ ਕਲੀਅਰ ਹੈ ਕਿ ਗ੍ਰੈਵਿਟੀ ਜਿਹੜੀ ਹੈ ਸਰਫੇਸ ਆਫ ਅਰਥ ਉੱਪਰ gm over r square। ਇਹ ਪਹਿਲਾਂ ਵੀ ਡਿਸਕਸ ਕੀਤਾ ਹੈ ਤੇ ਪਿਛਲੇ ਲੈਕਚਰ ਵਿੱਚ ਮੈਂ ਤੁਹਾਨੂੰ ਸਮਝਾਇਆ ਸੀ ਕਿ ਇਸ ਫਾਰਮੂਲੇ ਨੂੰ ਜ਼ੁਬਾਨੀ ਯਾਦ ਕਰਨਾ ਹੈ। ਦੋਨੋਂ ਹੀ ਆਰਟੀਕਲ ਇਥੋਂ ਹੀ ਸਟਾਰਟ ਹੋਣੇ ਨੇ ਕਿਉਂਕਿ ਅਸੀਂ ਗ੍ਰੈਵਿਟੀ ਦੇ ਉੱਪਰ ਹੀ ਇਫੈਕਟ ਚੈੱਕ ਕਰ ਰਹੇ ਹਾਂ। ਪਹਿਲਾਂ ਸਾਨੂੰ ਸਰਫੇਸ ਵਾਲੀ ਗ੍ਰੈਵਿਟੀ ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ। ਇਹ ਸਾਰੇ ਲੈਟਰ ਬੇਟਾ ਧਿਆਨ ਰੱਖਣਾ ਹੈ ਕੈਪੀਟਲ ਲੈਟਰ ਨੇ। ਐਵੇਂ ਲਾਸਟ ਵਿੱਚ ਪੁੱਛਣਾ ਵੀ ਹੈ ਕਿ ਅਰਥ ਦੀ ਗ੍ਰੈਵਿਟੀ ਸਰਫੇਸ ਆਫ ਅਰਥ ਉੱਪਰ ਕਿੰਨੀ ਹੁੰਦੀ ਹੈ ਤੇ ਤੁਸੀਂ ਬੋਲੋਗੇ gm over r square। ਹਾਂਜੀ ਬੇਟਾ ਕਲੀਅਰ। ਸਾਰੇ ਜਿਹੜੇ ਲੈਟਰਸ ਨੇ ਉਹ ਕੈਪੀਟਲ ਨੇ ਤੇ ਰੇਡੀਅਸ ਆਫ ਅਰਥ ਦੀ ਵੈਲਿਊ ਮੈਂ ਪਿੱਛੇ ਵੀ ਦੱਸੀ ਸੀ ਕਿ ਰੇਡੀਅਸ ਆਫ ਅਰਥ ਜਿਹੜਾ ਹੈ 6400 ਕਿਲੋਮੀਟਰ ਹੈ ਜਾਂ 6.4 into 10 ਦੀ ਪਾਵਰ 6 ਮੀਟਰ ਵਿੱਚ ਕਹਿ ਸਕਦੇ ਹਾਂ। ਨਾਓ ਬੇਟਾ this is a gravity on the surface of earth। ਅੱਜ ਅਸੀਂ ਇਸ ਗ੍ਰੈਵਿਟੀ ਦੇ ਵਿੱਚ ਜਿਹੜਾ ਮਾਸ ਹੈ ਨਾ ਇਹਨੂੰ ਅਸੀਂ ਡੈਂਸਿਟੀ ਦੇ ਵਿੱਚ ਕਨਵਰਟ ਕਰਨ ਜਾ ਰਹੇ ਹਾਂ। ਪਿਛਲੇ ਆਰਟੀਕਲ ਦੇ ਵਿੱਚ ਅਸੀਂ ਮਾਸ ਨੂੰ ਡੈਂਸਿਟੀ ਵਿੱਚ ਕਨਵਰਟ ਨਹੀਂ ਸੀ ਕੀਤਾ। ਇਸ ਆਰਟੀਕਲ ਦੇ ਵਿੱਚ ਮਾਸ ਨੂੰ ਪਹਿਲਾਂ ਅਸੀਂ ਡੈਂਸਿਟੀ ਦੇ ਵਿੱਚ ਜਿਹੜਾ ਹੈ ਆਪਾਂ ਕਨਵਰਟ ਕਰਨਾ ਹੈ। ਉਹ ਕਿਉਂ ਕਰਨਾ ਹੈ ਉਹਦੇ ਬਾਰੇ ਅਸੀਂ ਡਿਸਕਸ ਕਰਦੇ ਹਾਂ। ਨਾਓ ਹਾਊ ਟੂ ਕਨਵਰਟ ਮਾਸ ਇਨਟੂ ਡੈਂਸਿਟੀ। ਬੇਟਾ ਮਾਸ ਤੇ ਡੈਂਸਿਟੀ ਵਿੱਚ ਇੱਕ ਫਾਰਮੂਲਾ ਹੁੰਦਾ ਹੈ कि density is equal to mass over volume। ਅਸੀਂ ਲਿਖਾਂਗੇ we know that ਇਸ ਤੋਂ ਬਾਅਦ ਸਾਡੇ ਇਸ ਲਾਈਨ ਤੋਂ ਬਾਅਦ ਕੀ ਆਏਗਾ density equal to mass divided by volume। density ਦਾ ਫਾਰਮੂਲਾ ਜਿਹੜਾ ਹੈ ਸਾਡੇ ਕੋਲ ਮਾਸ ਨੂੰ ਅਸੀਂ ਵੋਲਿਊਮ ਦੇ ਨਾਲ ਜਿਹੜਾ ਹੈ ਅਸੀਂ ਉਹਨੂੰ ਡਿਵਾਈਡ ਕਰ ਦਿੱਤਾ। देयरफॉर ਡੈਂਸਿਟੀ ਦੀ ਜਗ੍ਹਾ ਤੇ ਕੀ ਆ ਗਿਆ ਸਾਡੇ ਕੋਲ ਰੋ। ਮਾਸ ਦੀ ਜਗ੍ਹਾ ਤੇ ਸਾਡੇ ਕੋਲ ਕੀ ਆ ਗਿਆ m। ਨਾਓ ਵਾਟ ਇਜ਼ ਦਾ ਵੋਲਿਊਮ। ਵੋਲਿਊਮ ਕਿਹਦਾ ਕੱਢਾਂਗੇ ਅਰਥ ਨੂੰ ਕੀ ਮੰਨਿਆ ਜੇ ਅਰਥ ਨੂੰ ਅਸੀਂ ਮੰਨ ਕੇ ਚੱਲੇ ਆ ਸਫੀਅਰ ਤੇ ਸਫੀਅਰ ਦਾ ਜਿਹੜਾ ਵੋਲਿਊਮ ਕਿੰਨਾ ਹੁੰਦਾ ਬੇਟਾ ਸਫੀਅਰ ਦਾ ਵੋਲਿਊਮ 4 over 3 pi r cube। This is the volume of a sphere
4/3 ਪਾਈ r ਕਿਊਬ। r ਜਿਹੜਾ ਹੈ ਸਾਡੀ ਅਰਥ ਦਾ ਜਿਹੜਾ ਹੈ ਉਹਦਾ ਸਫੀਅਰ ਦਾ ਸਾਡਾ ਰੇਡੀਅਸ ਹੋ ਗਿਆ। ਨਾਓ ਇਹ ਸਾਰੀ ਵੈਲਿਊ ਉੱਪਰ ਲੈ ਜਾਾਂਗੇ। ਦਿਸ ਇੰਪਲਾਈ m ਕਿਹਦੇ ਇਕੁਅਲ ਆ ਗਿਆ, ਮਾਸ ਨਿਕਾਲਣਾ ਹੈ, ਉੱਪਰ ਲੈ ਕੇ ਇਹਨੂੰ ਵੈਲਿਊ ਨੂੰ 4/3 ਪਾਈ r ਕਿਊਬ ਮਲਟੀਪਲਾਈ ਬਾਏ ਸਾਡੇ ਕੋਲ ਆ ਗਿਆ ਰੋ। ਇਹ ਸਾਰੀ ਵੈਲਿਊ ਇਹਦੇ ਨਾਲ ਜਿਹੜੀ ਹੈ ਮਲਟੀਪਲਾਈ ਹੋ ਗਈ। ਨਾਓ ਮਾਸ ਦੀ ਵੈਲਿਊ ਅਸੀਂ ਜਿਹੜੀ ਹੈ ਡੈਂਸਿਟੀ ਵਿੱਚ ਕਨਵਰਟ ਕਰ ਲਈ। ਇਸ ਮਾਸ ਦੀ ਵੈਲਿਊ ਨੂੰ ਇਕੁਏਸ਼ਨ ਨੰਬਰ 1 ਦੇ ਵਿੱਚ ਪਹਿਲਾਂ ਅਸੀਂ ਪੁੱਟ ਕਰਾਂਗੇ। ਨਾਓ equation number 1 will become ਸਾਡੀ equation number 1 ਕੀ ਬਣ ਜਾਏਗੀ, ਸਾਡੇ ਕੋਲ ਆਏਗਾ g equal to g, m ਦੀ ਜਗ੍ਹਾ ਦੇ ਉੱਤੇ 4/3 ਪਾਈ r ਕਿਊਬ ਨਾਲ ਆ ਗਿਆ ਰੋ, ਤੇ ਨੀਚੇ ਕੀ ਸੀਗਾ ਸਾਡੇ ਕੋਲ r ਦਾ ਸਕੁਅਰ ਸੀਗਾ ਨੀਚੇ। g m ਆ ਬੇਟਾ ਸਾਡਾ m ਹੈਗਾ ਸਾਰਾ, ਦੇਖੋ ਇਹ m ਦੀ ਵੈਲਿਊ gm ਓਵਰ r ਸਕੁਅਰ ਨਾਲ r ਕਿਊਬ ਕੈਂਸਲ, ਤੇ ਸਾਡੇ ਕੋਲ ਕੀ ਆ ਜਾਏਗਾ, ਸਾਡੇ ਕੋਲ ਆਏਗਾ 4/3, ਪਹਿਲਾਂ 4/3 ਲਗਾ ਲਿਆ, ਨਾਲ ਹੀ ਇੱਕ ਕੈਪੀਟਲ G ਆ ਜਾਏਗਾ, ਨਾਲ ਆ ਜਾਏਗਾ ਸਾਡੇ ਕੋਲ ਪਾਈ r ਸਕੁਅਰ ਵਿੱਚੋਂ 2r ਵਿੱਚੋਂ ਕੈਂਸਲ ਹੋ ਗਏ, ਇੱਕ r ਬਚੇਗਾ ਤੇ ਨਾਲ ਬਚੇਗਾ ਸਾਡੇ ਕੋਲ ਰੋ। ਦਿਸ ਇਜ਼ ਦਾ ਗ੍ਰੈਵਿਟੀ on the surface of earth। ਇਹ ਇਕੁਏਸ਼ਨ ਨੰਬਰ ਸਾਡੀ ਜਿਹੜੀ ਹੈ ਉਹ 2 ਬਣ ਜਾਏਗੀ। 4/3 g ਪਾਈ ਰੋ r ਰੋ, r ਸਕੁਅਰ ਨਾਲ ਜਿਹੜਾ ਹੈ ਬੇਟਾ ਕੈਂਸਲ ਹੋ ਗਿਆ, ਸਕੁਅਰ ਸੀ r ਕਿਊਬ ਹੋ। ਹਾਂਜੀ ਬੇਟਾ ਇਸ ਤੋਂ ਕਲੀਅਰ। ਇਹ ਤੇ ਸਾਡੀ ਗ੍ਰੈਵਿਟੀ ਹੈ on the surface of earth। ਜਸਟ ਕੀਤਾ ਕੀ ਹੈ, ਮਾਸ ਨੂੰ ਮੈਂ ਡੈਂਸਿਟੀ ਦੇ ਵਿੱਚ ਜਿਹੜਾ ਹੈ ਉਹ ਕਨਵਰਟ ਕਰ ਦਿੱਤਾ ਹੈ। ਹੁਣ ਤੁਹਾਨੂੰ ਕਲੀਅਰ ਹੋਏਗਾ ਕਿ ਇਸ ਆਰਟੀਕਲ ਦੇ ਵਿੱਚ ਅਸੀਂ ਮਾਸ ਨੂੰ ਡੈਂਸਿਟੀ ਦੇ ਵਿੱਚ ਬੇਟਾ ਕਨਵਰਟ ਕਿਉਂ ਕੀਤਾ ਸੀ। ਨਾਓ ਇਸ ਤੋਂ ਬਾਅਦ ਅਸੀਂ ਕੀ ਕੀਤਾ, ਦੇਖੋ ਪਹਿਲਾਂ ਬਾਡੀ ਮੇਰੀ ਸਰਫੇਸ ਆਫ ਅਰਥ ਉੱਪਰ ਪਈ ਸੀ, ਦੇਖੋ ਉਹਦੀ ਕੈਲਕੂਲੇਸ਼ਨ ਹੋ ਗਈ ਕਿ ਗ੍ਰੈਵਿਟੀ ਇੰਨੀ ਹੈ, ਕਲੀਅਰ। ਹੁਣ ਅਸੀਂ ਬਾਡੀ ਨੂੰ ਸਰਫੇਸ ਆਫ ਅਰਥ ਤੋਂ ਡੈਪਥ ਵਿੱਚ ਲਿਆਏ, ਦੇਖੋ ਅੰਦਰ ਲੈ ਗਏ ਬਾਡੀ ਨੂੰ, ਅੰਦਰ ਡੈਪਥ ਵਿੱਚ ਲੈ ਗਏ। ਕਿੰਨੀ ਡੈਪਥ, d। what is d? d is the depth inside the earth। ਬਾਡੀ ਮੇਰੀ ਬੇਟਾ ਜਿਸ ਤਰ੍ਹਾਂ ਆਇਆ ਸਰਫੇਸ ਤੇ ਆ, ਤੇ ਬਾਡੀ ਮੈਂ ਅੰਦਰ ਲੈ ਗਿਆ, ਇੱਥੇ ਕਿ ਲੈ ਗਿਆ। ਨਾਓ ਦਿਸ ਇਜ਼ ਦਾ d, ਡਿਸਟੈਂਸ ਨੀਚੇ ਲੈ ਗਿਆ। ਨਾਓ ਜਦੋਂ ਬਾਡੀ ਬੇਟਾ ਅੰਦਰ ਚਲੀ ਗਈ, ਬਾਡੀ ਮੇਰੀ ਜਿਹੜੀ ਹੈ ਹੁਣ ਬਾਡੀ ਮੇਰੀ b ਪੁਆਇੰਟ ਤੇ ਆ ਚੁੱਕੀ ਹੈ। ਬਾਡੀ ਜਦੋਂ ਅੰਦਰ ਗਈ, ਬਾਡੀ ਆ ਗਈ ਹੈ ਹੁਣ b ਪੁਆਇੰਟ ਤੇ ਜਦੋਂ ਬਾਡੀ b ਪੁਆਇੰਟ ਤੇ ਆਏਗੀ ਤੇ ਹੁਣ ਸੈਂਟਰ ਟੂ ਸੈਂਟਰ ਡਿਸਟੈਂਸ ਕਿੰਨਾ ਰਹੇਗਾ, ਪਹਿਲਾਂ ਇੱਥੋਂ ਲੈ ਕੇ ਇੱਥੋਂ ਤੱਕ ਡਿਸਟੈਂਸ ਸੀਗਾ r, ਤੇ ਜਦੋਂ ਬਾਡੀ ਅੰਦਰ ਆ ਗਈ ਹੁਣ ਦੋਨਾਂ ਬਾਡੀ ਦੇ ਸੈਂਟਰ ਤੋਂ ਸੈਂਟਰ ਡਿਸਟੈਂਸ ਕਿੰਨਾ ਰਹੇਗਾ। ਦੋਨਾਂ ਬਾਡੀ ਦਾ ਮਤਲਬ ਇੱਕ ਤੇ ਆ ਬਾਡੀ ਹੈ ਜਿਹੜੀ ਆਪਾਂ ਅੰਦਰ ਲੈ ਕੇ ਆਏ, ਤੇ ਦੂਸਰੀ ਸਾਡੀ ਅਰਥ ਹੈ, ਤੇ ਸਾਡਾ ਬਾਕੀ ਡਿਸਟੈਂਸ ਕਿੰਨਾ ਰਹੇਗਾ, it will be r minus d। ਟੋਟਲ ਸੀਗਾ r, ਵਿੱਚੋਂ d ਮਾਈਨਸ ਕਰ ਦੋ, ਸਾਡਾ ਬਾਕੀ ਜਿਹੜਾ ਡਿਸਟੈਂਸ ਰਹੇਗਾ ਸਾਡਾ ਕੀ ਆਏਗਾ, r minus d। ਨਾਓ ਇਸ ਤੋਂ ਬਾਅਦ ਇਹ ਇਕੁਏਸ਼ਨ ਨੰਬਰ 1 ਸੀ ਬੇਟਾ। ਹੁਣ ਅਸੀਂ ਲਿਖਾਂਗੇ when the body is taken at certain depth, कितनी डेप्थ थे, d inside, at a depth d inside the earth, then the distance between body ਜਿਹਦਾ ਆਪਣਾ ਮਾਸ ਕਿੰਨਾ ਹੈ m, ਕਿੱਥੋਂ ਡਿਸਟੈਂਸ ਕਿੱਥੋਂ ਲੈਣਾ ਹੈ, ਇੱਥੋਂ ਲੈ ਕੇ ਸੈਂਟਰ ਤੱਕ, ਫਰੋਮ ਦੀ ਸੈਂਟਰ ਆਫ ਅਰਥ ਕਿੰਨਾ ਆਏਗਾ ਸਾਡੇ ਕੋਲ, r ਮਾਈਨਸ d। ਹੁਣ ਡਿਸਟੈਂਸ ਸਾਡਾ ਜਿਹੜਾ ਰਹਿ ਗਿਆ r ਮਾਈਨਸ d। ਬੇਟਾ ਕੱਲ ਦੇ ਆਰਟੀਕਲ 'ਚ ਨੋਟ ਕਰੋ, ਇਥੋਂ ਬਾਡੀ ਨੂੰ ਉੱਪਰ ਖੜਿਆ ਸੀ,
ਜਦੋਂ ਉੱਪਰ ਖੜਿਆ ਸੀ ਹਾਈਟ h ਤੇ ਡਿਸਟੈਂਸ ਕਿੰਨਾ ਹੋ ਗਿਆ ਸੀ r plus h। ਹੁਣ ਅਸੀਂ ਅੰਦਰ ਲੈ ਗਏ ਆ ਤੇ ਡਿਸਟੈਂਸ ਕਿੰਨਾ ਰਹਿ ਗਿਆ ਬਾਕੀ ਸਾਡਾ r minus d। therefore gravity at depth d, ਗ੍ਰੈਵਿਟੀ ਜਿਹੜੀ ਹੈ ਡੈਪਥ d ਤੇ ਕਿੰਨੀ ਆਏਗੀ g ਦੇ ਪੈਰ ਤੇ ਅਸੀਂ ਨਿੱਕਾ ਜਿਹਾ d ਪਾਤਾ। ਗ੍ਰੈਵਿਟੀ ਐਟ ਡੈਪਥ ਕਿੰਨੀ ਡੈਪਥ ਤੇ d ਤੇ ਕਿੰਨੀ ਆਏਗੀ ਇਟ ਵਿਲ ਬੀ ਇਕੁਅਲ ਟੂ ਫਾਰਮੂਲਾ ਕੀ ਹੁੰਦਾ ਬੇਟਾ ਸਾਡੇ ਕੋਲ g m ਡਿਵਾਈਡਡ ਬਾਈ ਕੀ ਹੁੰਦਾ ਨੀਚੇ ਬੇਟਾ r ਸਕੁਅਰ ਹੁੰਦਾ ਹੈ, ਨੀਚੇ ਹੁੰਦਾ r ਸਕੁਅਰ। r ਕੀ ਹੈ ਡਿਸਟੈਂਸ ਲੈਣਾ ਹੈ, ਪਹਿਲਾਂ ਬੋਡੀ ਇੱਥੇ ਸੀ ਤੇ ਡਿਸਟੈਂਸ r ਚੱਲਦਾ ਸੀ, ਹੁਣ ਬੋਡੀ ਇੱਥੇ ਆ ਚੁੱਕੀ ਹੈ ਤੇ ਹੁਣ ਡਿਸਟੈਂਸ ਕਿਹੜਾ ਚੱਲੇਗਾ ਨੀਚੇ ਸਾਡੇ ਕੋਲ ਕਿਹੜਾ ਆਏਗਾ r ਮਾਈਨਸ d ਦਾ ਸਕੁਅਰ ਆਏਗਾ। ਬੇਟਾ ਇਹ ਫਾਰਮੂਲਾ ਨੋਟ ਕਰ ਲਿਓ, m ਸਾਈਡ ਤੇ ਲਿਖ ਦੇਣਾ ਇੱਥੇ g is equal to capital G ਆਪਣਾ ਆ ਗਿਆ 4/3 g r ਰੋ ਤੇ ਨਾਲ ਕੀ ਹੈਗਾ ਸਾਡੇ ਕੋਲ ਪਾਈ ਹੈਗਾ। ਇਹ ਫਾਰਮੂਲਾ ਜਿਹੜਾ ਹੈ ਇਕੁਏਸ਼ਨ ਨੰਬਰ 2 ਮੈਂ ਸਾਈਡ ਤੇ ਲਿਖ ਦਿੱਤੀ ਹੈ, ਇਹ ਇਕੁਏਸ਼ਨ ਨੰਬਰ 2 ਸੀ ਜਿਹਨੂੰ ਅਸੀਂ ਅੱਗੇ ਜਾ ਕੇ ਯੂਜ਼ ਕਰਾਂਗੇ। ਨਾਓ this is the gravity at a depth d depth ਤੇ ਸਾਡੀ ਇੰਨੀ ਗ੍ਰੈਵਿਟੀ ਹੈ। ਹਾਂਜੀ ਬੇਟਾ ਕਲੀਅਰ। ਇੱਥੇ ਬੇਟਾ ਇੱਕ ਨੋਟ ਕਰਨ ਵਾਲੀ ਗੱਲ ਹੈ ਕਿ ਇੱਥੇ ਮੈਂ m ਦੇ ਉੱਤੇ ਦੇਖੋ ਇੱਕ ਡੈਸ਼ ਦਾ ਨਿਸ਼ਾਨ ਲਗਾਇਆ ਹੈ, ਮਾਸ ਦੇ ਉੱਪਰ ਅਸੀਂ ਡੈਸ਼ ਪਾਈ ਹੈ, ਕਿਉਂ ਪਾਈ ਹੈ ਇਹਦੇ ਬਾਰੇ ਅਸੀਂ ਪਹਿਲਾਂ ਡਿਸਕਸ ਕਰੀਏ। ਬੇਟਾ ਜਦੋਂ ਬਾਡੀ A ਪੁਆਇੰਟ ਤੇ ਸੀਗੀ, ਇੱਥੇ ਸੀ ਬਾਡੀ ਤੇ ਪੂਰੀ ਅਰਥ ਜਿਹੜੀ ਹੈ ਜਦੋਂ ਬਾਡੀ ਬੇਟਾ A ਪੁਆਇੰਟ ਤੇ ਸੀ ਪੂਰੀ ਅਰਥ ਜਿਹੜੀ ਹੈ ਇਸ ਬਾਡੀ ਨੂੰ ਅਟਰੈਕਟ ਕਰੇਗੀ। ਜਦੋਂ ਬਾਡੀ ਸਾਡੀ ਬਾਹਰ ਸੀਗੀ ਤੇ ਪੂਰੀ ਅਰਥ ਦਾ ਜਿੰਨਾ ਮਾਸ ਹੋਏਗਾ ਸਾਰਾ ਕਾਊਂਟ ਕਰਨਾ ਹੈ। ਹਾਂਜੀ ਬੇਟਾ ਕਲੀਅਰ। ਉਦੋਂ ਸਾਡਾ ਮਾਸ m ਚੱਲਦਾ ਸੀ ਤੇ ਜਦੋਂ ਬਾਡੀ ਬੇਟਾ ਅੰਦਰ ਚਲੀ ਗਈ ਐਟ ਪੁਆਇੰਟ B ਤੇ ਆ ਚੁੱਕੀ ਹੈ, ਇੱਥੇ ਬਾਡੀ ਆ ਗਈ, ਦੈਨ ਜਿਹੜਾ ਮੈਂ ਆ ਪੋਰਸ਼ਨ ਬੇਟਾ ਸ਼ੇਡਡ ਕੀਤਾ ਹੈ ਹੁਣ ਇਹ ਪੋਰਸ਼ਨ ਤੇ ਬਾਹਰ ਹੋ ਗਿਆ ਕਿਉਂਕਿ ਬਾਡੀ ਅੰਦਰ ਆ ਚੁੱਕੀ ਹੈ। ਜਿਹੜਾ ਆਹ ਵਾਲਾ ਜਿਹੜਾ ਪੋਰਸ਼ਨ ਹੈ ਇਹਨੂੰ ਮੈਂ ਰੱਬ ਕਰ ਦੇਣਾ ਹੈ। ਹੁਣ ਆਹ ਪੋਰਸ਼ਨ ਜਿਹੜਾ ਹੈ ਵਿੱਚੋਂ ਬਾਹਰ ਨਿਕਲ ਗਿਆ, ਇਹਦਾ ਮਤਲਬ ਹੈ ਕਿ ਸਿਰਫ ਤੇ ਸਿਰਫ ਇਸ ਪੋਰਸ਼ਨ ਨੇ ਹੀ ਇਹਨੂੰ ਅਟਰੈਕਟ ਕਰਨਾ ਹੈ। ਇਹ ਕੀ ਮਾਸ ਜਿਹੜਾ ਸਾਡਾ ਚਲੇਗਾ ਸਿਰਫ ਰਿਮੇਨਿੰਗ ਪੋਰਸ਼ਨ ਦਾ ਮਾਸ, ਕਿਹੜਾ ਪੋਰਸ਼ਨ ਜਿਹਦਾ ਰੇਡੀਅਸ ਕਿੰਨਾ ਹੈ r - d, ਇਹਦਾ ਜਿੰਨਾ ਮਾਸ ਹੋਏਗਾ ਉਹ ਅਸੀਂ ਇੱਥੇ ਕਾਊਂਟ ਕਰਾਂਗੇ। ਹਾਂਜੀ ਬੇਟਾ ਕਲੀਅਰ। ਆਈ ਥਿੰਕ ਤੁਹਾਨੂੰ ਕਲੀਅਰ ਹੋ ਗਿਆ ਕਿ ਹੁਣ ਇੱਥੇ m ਡੈਸ਼ ਕਿਉਂ ਪਾਇਆ। ਜਦੋਂ ਬਾਡੀ ਬਾਹਰ ਸੀ ਤੇ ਪੂਰਾ ਮਾਸ ਜਿਹੜਾ ਕਾਊਂਟ ਹੋਏਗਾ ਤੇ ਜਦੋਂ ਬਾਡੀ ਅੰਦਰ ਆ ਗਈ ਇੰਨਾ ਹਿੱਸਾ ਜਿਹੜਾ ਮੈਂ ਸ਼ੇਡਡ ਕੀਤਾ ਸੀ ਵਿੱਚੋਂ ਅਸੀਂ ਕੱਟ ਆਫ ਕਰਤਾ ਤੇ ਸਾਡੇ ਕੋਲ ਮਾਸ ਕਿੰਨਾ ਆ ਗਿਆ ਸਾਡੇ ਕੋਲ m ਡੈਸ਼। ਹੁਣ ਅਸੀਂ ਇਸ ਮਾਸ ਨੂੰ ਵੀ ਅਸੀਂ ਡੈਂਸਿਟੀ ਵਿੱਚ ਕਨਵਰਟ ਕਰਾਂਗੇ। ਹਾਂਜੀ ਬੇਟਾ ਕਲੀਅਰ। ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਮਾਸ ਨੂੰ ਡੈਂਸਿਟੀ ਵਿੱਚ ਕਿਉਂ ਕਨਵਰਟ ਕਰ ਰਹੇ ਹਾਂ, ਕਿਉਂਕਿ ਮਾਸ ਵਿੱਚ ਚੇਂਜ ਆ ਰਹੀ ਹੈ। ਪਹਿਲਾ ਮਾਸ ਪੂਰਾ ਸੀ ਅਰਥ ਦਾ ਤੇ ਜਦੋਂ ਬਾਡੀ ਅੰਦਰ ਚਲੀ ਗਈ ਤੇ ਮਾਸ ਜਿਹੜਾ ਬਾਕੀ ਰਹਿ ਗਿਆ m ਡੈਸ਼। ਫਿਰ ਇਸ ਕਰਕੇ ਦੋਨਾਂ ਮਾਸਿਸ ਨੂੰ ਅਸੀਂ ਕੀ ਕੀਤਾ ਡੈਂਸਿਟੀ ਦੇ ਵਿੱਚ ਹੀ ਜਿਹੜਾ ਆਪਾਂ ਇਹਨੂੰ ਕਨਵਰਟ ਕਰ ਦਿੰਦੇ ਹਾਂ। ਨਾਓ m ਡੈਸ਼ ਇਕੁਅਲ ਟੂ m ਡੈਸ਼ ਕਿਸ ਤਰ੍ਹਾਂ ਨਿਕਾਲੀਏ। ਨਾਓ ਮਾਸ ਇਕੁਅਲ ਟੂ ਵੋਲਿਊਮ ਇਨਟੂ ਡੈਂਸਿਟੀ। ਸਾਨੂੰ ਪਤਾ ਕਿ ਜਿਹੜਾ ਮਾਸ ਹੈ ਵੋਲਿਊਮ ਨੂੰ ਡੈਂਸਿਟੀ ਨਾਲ ਮਲਟੀਪਲਾਈ ਕਰਾਂਗੇ। ਮਾਸ ਕਿਹੜਾ ਨਿਕਾਲਣਾ ਹੈ ਸਾਡੇ ਕੋਲ ਆ ਗਿਆ m ਡੈਸ਼, ਇਹ ਮਾਸ ਆ ਗਿਆ। ਵੋਲਿਊਮ ਦਾ ਫਾਰਮੂਲਾ 4/3 ਪਾਈ। ਹਾਂਜੀ ਬੇਟਾ ਰੇਡੀਅਸ ਕਿਹੜਾ ਲਓਗੇ, ਪਹਿਲਾਂ ਤਾਂ ਰੇਡੀਅਸ ਅਸੀਂ r ਲੈ ਰਹੇ ਸੀ, ਕਿਉਂ ਕਿਉਂਕਿ ਬਾਡੀ ਸਾਡੀ ਬਾਹਰ ਸੀਗੀ ਪੂਰੀ ਅਰਥ ਦਾ ਰੇਡੀਅਸ। ਹੁਣ ਰੇਡੀਅਸ ਕਿਹੜਾ ਲਓਗੇ ਸਾਡੇ ਕੋਲ ਜਿਹੜਾ ਹੈ ਰੇਡੀਅਸ ਕਿਹੜਾ ਆਏਗਾ r minus d, this is the radius remaining portion ਦਾ 4/3 pi r cube। ਇਹ ਸਾਡਾ ਆ ਗਿਆ ਵੋਲਿਊਮ ਤੇ ਡੈਂਸਿਟੀ ਸਾਡੀ ਕਿੰਨੀ ਹੈ ਰੋ, ਉਹ ਤਾਂ ਸੇਮ ਹੀ ਰਹੇਗੀ ਕਿਉਂਕਿ ਯੂਨੀਫਾਰਮ ਸਾਡੀ ਜਿਹੜੀ ਹੈ ਉਹ ਡੈਂਸਿਟੀ ਹੈਗੀ। ਨਾਓ ਇਸ ਵੈਲਿਊ ਨੂੰ ਅਸੀਂ ਉੱਥੇ ਪੁੱਟ ਕਰ ਦਿੰਦੇ ਆ। therefore gd ਕਿਹਦੇ ਇਕੁਅਲ ਆਏਗਾ, ਕੀ ਫਾਰਮੂਲਾ ਸੀ g m ਡੈਸ਼। ਬੇਟਾ ਇੱਥੇ ਸੀਗਾ ਆਹ ਫਾਰਮੂਲਾ ਸੀ, ਨੋਟ ਕਰ ਲਓ
ਆ ਫਾਰਮੂਲਾ ਸੀਗਾ ਸਾਡਾ GD ਦਾ, ਇੱਥੇ ਲਿਖਿਆ ਸੀ ਮੈਂ m ਡੈਸ਼ ਦੀ ਜਗ੍ਹਾ ਤੇ ਆ ਸਾਰੀ ਵੈਲਿਊ ਬੇਟਾ ਮੈਂ ਨਿਕਾਲਣ ਲੱਗਾ। therefore GD equal to G 4/3 ਅੱਗੇ ਆ ਗਿਆ ਪਾਈ r ਮਾਈਨਸ d ਦਾ ਆ ਗਿਆ ਕਿਊਬ ਇਨਟੂ ਰੋ ਡਿਵਾਈਡਡ ਬਾਈ ਸਾਡੇ ਕੋਲ ਆ ਗਿਆ r ਮਾਈਨਸ d ਦਾ ਸਕੁਅਰ। ਆ ਸਕੁਅਰ ਨਾਲ ਇੱਕ ਕੈਨਸਲ ਹੋ ਜਾਏਗੀ, ਸਾਡੇ ਕੋਲ ਜਿਹੜਾ ਹੈ GD ਦੀ ਵੈਲਿਊ ਕਿੰਨੀ ਆ ਗਈ, ਪਹਿਲਾਂ ਲਿਖ ਲਾਂਗੇ 4/3 ਨਾਲ ਆ ਗਿਆ G ਨਾਲ ਆ ਗਿਆ ਸਾਡੇ ਕੋਲ ਪਾਈ ਨਾਲ ਆ ਗਿਆ ਇੱਕ r ਮਾਈਨਸ d ਬਚ ਜਾਏਗਾ, ਕਿਊਬ ਹੈ ਇੱਥੇ ਸਕੁਅਰ ਹੈ r ਮਾਈਨਸ d ਤੇ ਨਾਲ ਬਚ ਜਾਏਗਾ ਸਾਡੇ ਕੋਲ ਰੋ। ਦਿਸ ਇਜ਼ ਇਕੁਏਸ਼ਨ ਨੰਬਰ ਸਾਡੇ ਕੋਲ ਕਿੰਨੀ ਆ ਗਈ 3। ਇਹ ਗ੍ਰੈਵਿਟੀ ਡੈਪਥ ਵਾਲੀ ਤੇ ਇਕੁਏਸ਼ਨ ਨੰਬਰ 2 ਦੀ ਗ੍ਰੈਵਿਟੀ ਬੇਟਾ ਮੈਂ ਸਾਈਡ ਤੇ ਲਿਖੀ ਸੀ, ਇਹ ਗ੍ਰੈਵਿਟੀ ਹੈਗੀ ਆ ਔਨ ਦਾ ਸਰਫੇਸ ਆਫ ਅਰਥ। ਹੁਣ ਅਸੀਂ ਕੀ ਕਰਾਂਗੇ, ਦੋਨਾਂ ਇਕੁਏਸ਼ਨਸ ਨੂੰ ਜਿਹੜਾ ਹੈ ਅਸੀਂ ਡਿਵਾਈਡ ਕਰ ਦਾਂਗੇ। ਨਾਓ ਡਿਵਾਈਡਿੰਗ ਹਾਂਜੀ ਕਿਹਨੂੰ ਡਿਵਾਈਡ ਕਰਨਾ ਹੈ, ਇਕੁਏਸ਼ਨ ਨੰਬਰ 3/2 we get ਪਿਛਲੇ ਆਰਟੀਕਲ 'ਚ ਅਸੀਂ ਬੇਟਾ ਡਿਵਾਈਡ ਹੀ ਕੀਤਾ ਸੀ GD ਡਿਵਾਈਡਡ ਬਾਈ ਸਾਡੇ ਕੋਲ ਕਿੰਨਾ ਆ ਗਿਆ G। GD ਨੂੰ ਅਸੀਂ G ਨਾਲ ਡਿਵਾਈਡ ਕੀਤਾ, ਉੱਪਰ ਵੈਲਿਊ ਕਿਹੜੀ ਆਏਗੀ 4/3 ਪਾਈ ਵੀ ਆ ਗਿਆ ਨਾਲ G ਆ ਗਿਆ r ਮਾਈਨਸ d ਇਨਟੂ ਰੋ ਡਿਵਾਈਡਡ ਬਾਈ ਆ ਵਾਲੀ ਵੈਲਿਊ ਆ ਜਾਏਗੀ 4/3 ਪਾਈ r ਤੇ ਨਾਲ ਆ ਗਿਆ G ਤੇ ਨਾਲ ਆ ਗਿਆ ਸਾਡੇ ਕੋਲ ਰੋ। 4/3 ਕੈਂਸਲ, ਪਾਈ ਨਾਲ ਪਾਈ ਕੈਂਸਲ ਹੋ ਗਿਆ, G ਨਾਲ G ਰੋ ਨਾਲ ਰੋ ਕੈਂਸਲ। we get ਸਾਡੇ ਕੋਲ ਕੀ ਆ ਗਿਆ ਡਿਵਾਈਡ ਕਰਨ ਤੋਂ ਬਾਅਦ GD over G equal to ਕਿੰਨਾ ਬਚ ਗਿਆ ਸਾਡੇ ਕੋਲ, ਉੱਪਰ ਬਚ ਗਿਆ r ਮਾਈਨਸ d ਤੇ ਨੀਚੇ ਬਚ ਗਿਆ ਸਿੰਪਲ ਸਾਡੇ ਕੋਲ ਕਿੰਨਾ ਰਹਿ ਗਿਆ r ਮਾਈਨਸ d ਡਿਵਾਈਡਡ ਬਾਈ r ਔਰ GD over G ਇਹ ਜਿਹੜਾ d ਹੈ ਬਿਲਕੁਲ ਪੈਰ ਚ ਪਾਣਾ ਹੈ, GD over G equal to ਡਿਨੋਮੀਨੇਟਰ ਵੱਖਰੇ ਵੱਖਰੇ ਕਰ ਦੋ 1 ਮਾਈਨਸ d over r, ਇਹਨੂੰ ਇਹਦੇ ਥੱਲੇ ਵੱਖਰਾ ਵੱਖਰਾ ਕਰਤਾ, ਸਾਡੇ ਕੋਲ ਕਿੰਨਾ ਰਹਿ ਗਿਆ 1 ਮਾਈਨਸ d over r ਤੇ G ਨੂੰ ਅਸੀਂ ਕ੍ਰੋਸ ਮਲਟੀਪਲਾਈ ਕਰਕੇ ਉੱਪਰ ਲੈ ਜਾਂਦੇ ਹਾਂ ਔਰ we get GD equal to G 1 ਮਾਈਨਸ ਸਾਡੇ ਕੋਲ ਆ ਗਿਆ d over r। this is the formula for gravity variation with depth। ਡੈਪਥ ਦੇ ਨਾਲ ਸਾਡੀ ਗ੍ਰੈਵਿਟੀ ਦੇ ਵਿੱਚ ਕੀ ਅਸਰ ਪਿਆ, ਸਾਡੇ ਕੋਲ ਆ ਗਿਆ GD equal to G 1 ਮਾਈਨਸ, ਬੇਟਾ ਫਿਰ ਦੇਖੋ ਵਿੱਚ ਮਾਈਨਸ ਆਇਆ, ਜਿੱਥੇ ਵਿੱਚ ਮਾਈਨਸ ਆ ਗਿਆ ਇਹਦਾ ਮਤਲਬ ਕਿ ਡੈਪਥ ਵਾਲੀ ਗ੍ਰੈਵਿਟੀ ਜਿਹੜੀ ਹੈ ਸਰਫੇਸ ਵਾਲੀ ਗ੍ਰੈਵਿਟੀ ਵਿੱਚੋਂ ਇੰਨਾ ਜਿਹੜਾ ਵਿੱਚੋਂ ਉਹ ਮਾਈਨਸ ਹੋ ਜਾਏਗੀ, ਗ੍ਰੈਵਿਟੀ ਜਿਹੜੀ ਹੈ ਉਹ ਡਿਕਰੀਜ਼ ਹੋ ਜਾਏਗੀ। ਇਹਨੂੰ ਅਸੀਂ ਜੇ ਆਪਾਂ ਖੋਲ ਦਈਏ, ਜੇ ਬ੍ਰੈਕਟ ਖੋਲ ਦਿੰਦੇ ਹੋ GD equal to G ਮਾਈਨਸ GD over R, ਜੇ ਅਸੀਂ ਇਹਨੂੰ ਬ੍ਰੈਕਟ ਖੋਲਦੇ ਹਾਂ 1 G1 ਜਾਂ G ਮਾਈਨਸ ਇਹਨੂੰ ਇਹਦੇ ਨਾਲ ਮਲਟੀਪਲਾਈ ਕਰਕੇ ਅਸੀਂ ਖੋਲ ਦਿੱਤਾ। ਨਾਓ ਇੱਥੋਂ ਸਾਨੂੰ ਬੇਟਾ ਕੀ ਪਤਾ ਲੱਗਾ, ਦੇਖੋ ਧਿਆਨ ਨਾਲ, ਡੈਪਥ ਵਾਲੀ ਗ੍ਰੈਵਿਟੀ ਕਿਹਦੇ ਇਕੁਅਲ ਹੈ, ਡੈਪਥ ਵਾਲੀ ਗ੍ਰੈਵਿਟੀ ਕਿਹਦੇ ਇਕੁਅਲ ਹੈ, ਜਿਹੜੀ ਸਰਫੇਸ ਆਫ ਅਰਥ ਉੱਪਰ ਗ੍ਰੈਵਿਟੀ ਸੀਗੀ ਉਹਦੇ ਵਿੱਚੋਂ ਇੰਨਾ ਮਾਈਨਸ ਕਰ ਦੋ। ਅਰਥ ਵਾਲੀ ਗ੍ਰੈਵਿਟੀ ਵਿੱਚੋਂ ਜਦੋਂ ਅਸੀਂ ਇੰਨੀ ਟਰਮ ਮਾਈਨਸ ਕਰ ਦਾਂਗੇ ਸਾਡੀ ਡੈਪਥ ਵਾਲੀ ਆਏਗੀ। ਇਹਦਾ ਮਤਲਬ ਸਾਡੀ ਜਿਹੜੀ ਹੈ ਗ੍ਰੈਵਿਟੀ ਡੈਪਥ ਤੇ ਜਾਣ ਤੇ ਵੀ ਸਾਡੀ ਡਿਕਰੀਜ਼ ਹੁੰਦੀ ਹੈ। ਬੇਟਾ ਦੋਨੋਂ ਰਿਜ਼ਲਟ ਸੌਖੇ ਯਾਦ ਕਰਨੇ, ਹਾਈਟ ਨਾਲ ਗ੍ਰੈਵਿਟੀ ਤੇ ਕੀ ਅਸਰ ਪੈਂਦਾ ਹੈ, ਡਿਕਰੀਜ਼ ਹੁੰਦੀ ਹੈ। ਡੈਪਥ ਦੇ ਨਾਲ ਵੀ ਗ੍ਰੈਵਿਟੀ ਤੇ ਕੀ ਅਸਰ ਪੈਂਦਾ ਹੈ, ਗ੍ਰੈਵਿਟੀ ਜਿਹੜੀ ਹੈ ਡੈਪਥ ਦੇ ਨਾਲ ਵੀ ਜਿਹੜੀ ਉਹ ਡਿਕਰੀਜ਼ ਹੁੰਦੀ ਹੈ। ਆਈ ਥਿੰਕ ਕਿ ਬੇਟਾ ਤੁਹਾਨੂੰ ਇਹ ਦੋਨੋਂ ਹੀ ਆਰਟੀਕਲ ਜਿਹੜੇ ਨੇ ਇਹ ਕਲੀਅਰ ਹੋ ਗਏ ਨੇ। ਨਾਓ ਅੱਗੇ ਦਾ ਇੱਕ ਕੇਸ ਹੈ, ਇਹਨੂੰ ਤੁਸੀਂ ਯਾਦ ਰੱਖਣਾ ਹੈ। ਇਫ D equal to R, D equal to R ਦਾ ਕੀ ਮਤਲਬ ਹੈ, ਜਦੋਂ ਮੈਂ ਇਹ ਡਾਇਗਰਾਮ ਦੇਖੋ ਬੇਟਾ ਮੈਂ ਦੁਬਾਰਾ ਬਣਾ ਦਿੰਦਾ, ਪਹਿਲਾਂ ਬਾਡੀ ਇੱਥੇ ਸੀਗੀ, ਪਹਿਲਾਂ ਮੈਂ ਇੰਨਾ ਨੀਚੇ ਆਇਆ ਇਸ ਤੱਕ, ਹੋਰ ਨੀਚੇ ਜਾਂਦਾ ਗਿਆ ਜਾਂਦਾ ਗਿਆ ਜਾਂਦਾ ਗਿਆ ਜਾਂਦਾ ਗਿਆ,
ਜਦੋਂ ਮੇਰੀ ਡੈਪਥ r ਦੇ ਇਕੁਅਲ ਹੋ ਗਈ, ਆ d r ਦੇ ਇਕੁਅਲ ਕਦੋਂ ਬਣੇਗਾ? ਇਹ ਪੂਰਾ ਬੇਟਾ r ਹੈਗਾ, ਇਹ ਪੂਰਾ ਰੇਡੀਅਸ ਹੈ। ਆ ਜਿਹੜਾ ਮੇਰਾ d ਹੈ r ਦੇ ਇਕੁਅਲ ਕਦੋਂ ਬਣੇਗਾ? ਜਦੋਂ ਮੈਂ ਬੋਡੀ ਨੂੰ ਨੀਚੇ ਜਾਂਦਾ 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 ਸੈਂਟਰ ਤੇ ਚਲੇ ਜਾਵਾਂਗੇ। ਜਦੋਂ d r ਦੇ ਇਕੁਅਲ ਹੋ ਗਿਆ, ਇਹਦਾ ਮਤਲਬ ਹੈ ਕਿ ਡੈਪਥ ਓਨੀ ਹੋਗੀ ਜਿੰਨਾ ਰੇਡੀਅਸ ਹੈ। that is when d equal to r, that is body किथे आ गई है? body is at the center of earth। ਜਦੋਂ ਅਸੀਂ dr कहता, dr ਦਾ ਮਤਲਬ ਜਦੋਂ ਮੇਰੀ ਡੈਪਥ ਪੂਰੀ r ਹੋ ਗਈ, ਬੇਟਾ ਡੈਪਥ ਇੱਥੋਂ ਕਾਊਂਟ ਕਰਨੀ ਹੈ, ਤੇ ਜਦੋਂ ਮੇਰੀ ਡੈਪਥ ਪੂਰੀ r ਦੇ ਬਰਾਬਰ ਹੋ ਗਈ, ਇਹਦਾ ਮਤਲਬ ਇੱਥੇ ਆ ਗਿਆ ਮੈਂ, ਤੇ ਇਹਦਾ ਮਤਲਬ ਬੋਡੀ ਕਿੱਥੇ ਆ ਗਈ ਹੈ? ਸੈਂਟਰ ਤੇ। ਇੱਥੇ d ਦੀ ਜਗ੍ਹਾ ਤੇ ਅਸੀਂ r ਪੁੱਟ ਕਰਾਂਗੇ, therefore g ਸੈਂਟਰ। ਅਸੀਂ ਸੈਂਟਰ ਤੇ ਬੇਟਾ ਗ੍ਰੈਵਿਟੀ ਨਿਕਾਲਣ ਲੱਗੇ ਆ। ਸੈਂਟਰ ਤੇ ਡੈਪਥ ਦੀ ਵੈਲਿਊ r ਦੇ ਇਕੁਅਲ ਹੈ, ਇੱਥੇ ਸੈਂਟਰ ਲਿਖਤਾ, ਤੇ ਸਾਡੇ ਕੋਲ ਆ ਗਿਆ g 1 r over r। ਸਾਡੇ ਕੋਲ d ਦੀ ਜਗ੍ਹਾ ਤੇ ਕਿੰਨਾ ਪੁੱਟ ਕਰ ਦਿੱਤਾ ਅਸੀਂ? r। 1 r over r ਕੈਂਸਲ ਹੋ ਗਿਆ, ਸਾਡੇ ਕੋਲ ਆ ਗਿਆ 1 1, ਤੇ ਸਾਰਾ ਕਿੰਨਾ ਹੋ ਗਿਆ ਸਾਡੇ ਕੋਲ? 0, ਕਿਉਂਕਿ r over r 1, 1 1 ਕਿੰਨਾ ਹੋ ਗਿਆ? ਸਾਰਾ ਹੀ 0। ਇਹਦਾ ਮਤਲਬ ਗ੍ਰੈਵਿਟੀ ਜਿਹੜੀ ਹੈ ਸੈਂਟਰ ਆਫ ਅਰਥ ਤੇ ਕਿੰਨੀ ਹੁੰਦੀ ਹੈ? 0 ਹੁੰਦੀ ਹੈ। What is the value of gravity at the center of earth? It is a very important point which should be keep in mind। ਬੇਟਾ ਜਦੋਂ ਵੀ ਟੈਸਟ ਹੋਣੇ ਨੇ ਤੁਹਾਡੇ ਗੂਗਲ ਫਾਰਮ ਦੇ ਵਿੱਚ, ਇਹ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਗ੍ਰੈਵਿਟੀ ਅਰਥ ਦੇ ਸੈਂਟਰ ਤੇ ਕਿੰਨੀ ਹੁੰਦੀ ਹੈ? ਉਹ ਕਿੰਨੀ ਹੁੰਦੀ ਹੈ? 0 ਹੁੰਦੀ ਹੈ। ਤੇ ਕਿਹੜਾ ਫਾਰਮੂਲਾ ਲਗਾ ਕੇ ਤੁਸੀਂ ਕੈਲਕੂਲੇਟ ਕਰੋਗੇ? ਆਲਟੀਟਿਊਡ ਵਾਲਾ ਫਾਰਮੂਲਾ ਲਗਾਓਗੇ ਕਿ ਡੈਪਥ ਵਾਲਾ? ਅਸੀਂ ਡੈਪਥ ਵਾਲਾ ਜਿਹੜਾ ਫਾਰਮੂਲਾ ਲਗਾ ਕੇ ਇਹਦੀ ਕੈਲਕੂਲੇਸ਼ਨ ਕੀਤੀ ਹੈ, ਕਿਉਂਕਿ ਅਸੀਂ ਸੈਂਟਰ ਤੇ ਚਲੇ ਗਏ। ਜਦੋਂ ਸੈਂਟਰ ਤੇ ਪਹੁੰਚ ਗਏ, ਇਹਦਾ ਮਤਲਬ ਸਾਡੀ ਡੈਪਥ ਜਿਹੜੀ ਹੈ ਰੇਡੀਅਸ ਦੇ ਇਕੁਅਲ ਆ ਗਈ, ਤੇ ਸਾਡੀ ਜਿਹੜੀ ਹੈ ਗ੍ਰੈਵਿਟੀ ਸੈਂਟਰ ਤੇ ਜਾ ਕੇ ਉਹ ਸਾਡੇ ਕੋਲ ਜਿਹੜੀ ਹੈ ਉਹ 0 ਹੋ ਜਾਂਦੀ ਹੈ। ਆਈ ਥਿੰਕ ਕਿ ਬੇਟਾ ਤੁਹਾਨੂੰ ਇੱਥੋਂ ਤੱਕ ਜਿਹੜਾ ਹੈ ਆਰਟੀਕਲ ਅੱਜ ਦਾ ਤੁਹਾਨੂੰ ਇਹ ਕਲੀਅਰ ਹੋ ਗਿਆ। ਨਾਓ ਨੈਕਸਟ ਜਿਹੜਾ ਸਾਡਾ ਆਰਟੀਕਲ ਹੋਏਗਾ, ਉਹਦੇ ਵਿੱਚ ਅਸੀਂ ਡਿਸਕਸ ਕਰਨਾ ਹੈ what is the effect on gravity due to the shape of the earth। ਅਰਥ ਦੀ ਸ਼ੇਪ ਦਾ ਜਿਹੜਾ ਹੈ ਗ੍ਰੈਵਿਟੀ ਦੇ ਉੱਪਰ ਕੀ ਅਸਰ ਪੈਂਦਾ ਹੈ? ਅਰਥ ਦੀ ਸ਼ੇਪ ਦਾ। ਆਓ ਇਸ ਨੂੰ ਜਿਹੜਾ ਹੈ ਡਿਸਕਸ ਕਰਨ ਤੋਂ ਪਹਿਲਾਂ ਮੈਂ ਇਹਦੀ ਜਿਹੜੀ ਹੈ ਇੱਕ ਡਾਇਗਰਾਮ ਜਿਹੜੀ ਹੈ ਉਹ ਬਣਾ ਲੈਣਾ ਹੈ। Now, what is the effect of shape of earth on gravity? ਬੇਟਾ ਅਰਥ ਜਿਹੜੀ ਹੈ ਅਸੀਂ ਮੰਨ ਕੇ ਚੱਲਦੇ ਹਾਂ ਕਿ it is a sphere। Actually ਜਿਹੜਾ ਹੈ ਅਰਥ it is not a perfect sphere। ਅਰਥ ਜਿਹੜੀ ਹੈ ਪਰਫੈਕਟ ਸਫੀਅਰ ਨਹੀਂ ਹੈ। ਇਟ ਇਜ਼ ਫਲੈਟਨਡ ਐਟ ਦਾ ਪੋਲ। ਪੋਲ ਵਾਲੇ ਪਾਸੋਂ ਥੋੜੀ ਜੀ ਇਹ ਬੇਟਾ ਫਲੈਟ ਹੈ ਐਂਡ ਬਲਜਿਸ ਆਊਟ, ਇਹ ਬਾਹਰ ਨੂੰ ਹੈ ਦੇਖੋ ਇਸ ਤਰ੍ਹਾਂ, ਐਟ ਦਾ ਇਕੁਏਟਰ। ਇਕੁਏਟਰ ਬਾਰੇ ਅਸੀਂ ਜਿਓਗ੍ਰਾਫੀ ਦੇ ਵਿੱਚ ਅਸੀਂ ਪੜਿਆ ਹੈ, ਇੱਕ ਇਕੁਏਟਰ ਤੇ ਪੋਲ ਬਾਰੇ। ਅਰਥ ਪੂਰੀ ਜਿਹੜੀ ਹੈ ਪਰਫੈਕਟ ਸਫੀਅਰ ਨਹੀਂ ਹੈ। ਜਿਹੜੀ ਪੋਲ ਵਾਲੇ ਪਾਸੋਂ ਫਲੈਟ ਹੈ ਤੇ ਜਿਹੜਾ ਇਕੁਏਟਰ ਵਾਲੇ ਪਾਸੋਂ ਜਿਹੜਾ ਹੈ ਇਟ ਬਲਜਿਸ ਆਊਟ। ਕਹਿਣ ਦਾ ਮਤਲਬ ਅਰਥ ਦਾ ਜਿਹੜਾ ਰੇਡੀਅਸ ਹੈ ਹਰ ਜਗ੍ਹਾ ਤੇ ਸੇਮ ਨਹੀਂ ਹੈ। ਰੇਡੀਅਸ ਜਿਹੜਾ ਇਕੁਏਟਰ ਵਾਲਾ, E ਦਾ ਮਤਲਬ ਹੈ ਇਕੁਏਟਰ, ਇਕੁਏਟਰ ਵਾਲਾ ਰੇਡੀਅਸ ਜਿਹੜਾ ਹੈ ਉਹ ਪੋਲ ਰੇਡੀਅਸ ਦੇ ਨਾਲੋਂ ਜ਼ਿਆਦਾ ਹੈ। ਆ ਦੇਖੋ ਜਦੋਂ ਇਥੋਂ ਫਲੈਟ ਹੋ ਗਈ, ਆ ਰੇਡੀਅਸ ਤੁਹਾਨੂੰ ਵੱਡਾ ਨਜ਼ਰ ਆ ਰਿਹਾ ਹੈ, ਇਥੋਂ ਛੋਟਾ ਨਜ਼ਰ ਆ ਰਿਹਾ ਹੈ। ਅਰਥ ਦਾ ਰੇਡੀਅਸ ਇਕੁਏਟਰ ਵਾਲੇ ਪਾਸੋਂ ਦੇਖਿਆ ਜਾਏ ਤੇ ਉਹ ਜ਼ਿਆਦਾ ਹੈ ਕਿਹਦੇ ਮੁਕਾਬਲੇ? ਪੋਲ ਵਾਲੇ ਨਾਲੋਂ। ਤੇ ਦੋਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈ ਨਾ, ਇਹ 21 ਕਿਲੋਮੀਟਰ ਦਾ ਡਿਫਰੈਂਸ ਹੈ ਲਗਭਗ। ਰੇਡੀਅਸ ਆਫ ਇਕੁਏਟਰ
it is 21 किलोमीटर more than the radius at the pole। अर्थ पूरी पूरी परफेक्ट स्फीयर नहीं है, पर ਅਸੀਂ ਆਪਣੇ ਆਰਟੀਕਲ ਦੇ ਵਿੱਚ ਆਪਣੀ ਸਿੰਪਲਿਸਿਟੀ ਵਾਸਤੇ ਰਿਜ਼ਲਟ ਪ੍ਰੂਵ ਕਰਨ ਵਾਸਤੇ ਅਸੀਂ ਮੰਨ ਕੇ ਚੱਲੇ ਆ ਕਿ ਅਰਥ ਜਿਹੜੀ ਹੈ ਇੱਕ ਹੋਮੋਜੀਨੀਅਸ ਸਫੀਅਰ ਹੈ, but actually it is flattened at the pole and bulges out at the equator। now ਸਾਨੂੰ ਕੀ ਪਤਾ ਹੈ ਕਿ ਗ੍ਰੈਵਿਟੀ ਦਾ ਫਾਰਮੂਲਾ ਕੀ ਹੁੰਦਾ ਬੇਟਾ, gm over r square। ਗ੍ਰੈਵਿਟੀ ਦਾ ਫਾਰਮੂਲਾ ਤਾਂ ਆਪਾਂ ਨੂੰ ਪਤਾ ਹੀ ਹੈ, gm over r square। ਕਹਿਣ ਦਾ ਮਤਲਬ g is a universal constant, ਇਹ ਤੇ constant ਹੈ, ਮਾਸ ਆਫ ਅਰਥ ਵੀ ਕਾਂਸਟੈਂਟ ਹੈ। ਇਹ ਦੋਨੋਂ ਚੀਜ਼ਾਂ ਸਾਡੀਆਂ ਕਾਂਸਟੈਂਟ ਹੋਣ ਕਰਕੇ g ਸਿਰਫ ਤੇ ਸਿਰਫ ਕਿਹਦੇ ਪ੍ਰਪੋਰਸ਼ਨਲ ਹੈ, ਰੇਡੀਅਸ ਆਫ ਸਕੁਅਰ ਦੇ ਜਿਹੜਾ ਹੈ ਅਰਥ ਦੇ ਪ੍ਰਪੋਰਸ਼ਨਲ। g is inversely proportional to radius because they are constant। now ਜਿੱਥੇ ਰੇਡੀਅਸ ਜ਼ਿਆਦਾ ਹੋਏਗਾ ਉੱਥੇ ਗ੍ਰੈਵਿਟੀ ਜਿਹੜੀ ਹੈ ਘੱਟ ਹੋਏਗੀ। ਇੱਥੋਂ ਤੱਕ ਕਲੀਅਰ ਹੀ ਹੈ ਬੇਟਾ। ਇਹ ਦੋਨੋਂ ਚੀਜ਼ਾਂ ਕਾਂਸਟੈਂਟ, ਜਿੱਥੇ ਰੇਡੀਅਸ, ਜੇ ਰੇਡੀਅਸ ਜ਼ਿਆਦਾ ਹੈ ਤੇ ਗ੍ਰੈਵਿਟੀ ਜਿਹੜੀ ਹੈ ਸਾਡੀ ਉਹ ਘੱਟ ਹੋਏਗੀ, ਤੇ ਜੇ ਰੇਡੀਅਸ ਘੱਟ ਹੋਏਗਾ ਤੇ ਗ੍ਰੈਵਿਟੀ ਸਾਡੀ ਜਿਹੜੀ ਹੈ ਉਹ ਜ਼ਿਆਦਾ ਹੋਏਗੀ, ਬਿਕੋਜ਼ ਦੇ ਆਰ ਇਨਵਰਸਲੀ ਪ੍ਰਪੋਰਸ਼ਨਲ ਟੂ ਈਚ ਅਦਰ। ਹੁਣ ਆਪਣੇ ਆਪ ਆਈਡੀਆ ਲਗਾਓ, ਰੇਡੀਅਸ ਜ਼ਿਆਦਾ ਕਿੱਥੇ ਹੈ, ਰੇਡੀਅਸ ਜ਼ਿਆਦਾ ਹੈ ਇਕੁਏਟਰ ਤੇ। ਐਟ ਇਕੁਏਟਰ, इक्वेटर ते की है, रेडियस इज मोर देन पोल। रेडियस जेड़ा इक्वेटर ते ज्यादा है पोल दे मुकाबले, डेट इज आर ई इज ग्रेटर देन आर पी। जिथे रेडियस ज्यादा होएगा उथे ग्रेविटी की आएगी साडे कोल घट आएगी। देयरफॉर ਜਿਹੜਾ GE है it is less than GP। ਹਾਂਜੀ ਬੇਟਾ ਕਲੀਅਰ। ਰੇਡੀਅਸ ਜ਼ਿਆਦਾ ਕਿਹੜਾ ਹੈ, ਇਕੁਏਟਰ ਦਾ। ਜੇ ਰੇਡੀਅਸ ਇਕੁਏਟਰ ਤੇ ਜ਼ਿਆਦਾ ਹੈ ਤੇ ਇਹਦਾ ਮਤਲਬ ਇਕੁਏਟਰ ਵਾਲੀ ਗ੍ਰੈਵਿਟੀ ਜਿਹੜੀ ਹੈ ਉਹ ਘੱਟ ਹੋਏਗੀ, ਤੇ ਪੋਲ ਦੇ ਤੇ ਰੇਡੀਅਸ ਘੱਟ ਹੈ। ਜੇ ਰੇਡੀਅਸ ਘੱਟ ਹੈ ਤੇ ਗ੍ਰੈਵਿਟੀ ਜ਼ਿਆਦਾ, ਇਹਦਾ ਮਤਲਬ ਇਕੁਏਟਰ ਵਾਲੀ ਗ੍ਰੈਵਿਟੀ it will be less than the gravity at the pole। ਹਾਂਜੀ ਬੇਟਾ ਕਲੀਅਰ। आई थिंक ਤੁਹਾਨੂੰ ਇਸ ਤੋਂ ਕਲੀਅਰ ਹੋ ਗਿਆ ਕਿ ਗ੍ਰੈਵਿਟੀ ਕਿਹਦੇ ਇਨਵਰਸਲੀ ਹੈ, ਸਕੁਅਰ ਆਫ ਰੇਡੀਅਸ ਦੇ। ਤੇ ਜਿੱਥੇ ਰੇਡੀਅਸ ਜ਼ਿਆਦਾ ਉੱਥੇ ਗ੍ਰੈਵਿਟੀ ਘੱਟ, ਤੇ ਰੇਡੀਅਸ ਜ਼ਿਆਦਾ ਇਕੁਏਟਰ ਵਾਲੇ ਪਾਸੇ ਆ, ਇਹਦਾ ਮਤਲਬ ਇਕੁਏਟਰ ਤੇ ਸਾਡੀ ਜਿਹੜੀ ਹੈ ਉਹ ਗ੍ਰੈਵਿਟੀ ਘੱਟ ਹੈ। ਇਹਦਾ ਮਤਲਬ ਜੇ ਅਸੀਂ ਪੋਲ ਤੋਂ ਇਕੁਏਟਰ ਵਾਲੇ ਪਾਸੇ ਆਈਏ ਤੇ ਗ੍ਰੈਵਿਟੀ ਦੇ ਉੱਤੇ ਕੀ ਅਸਰ ਪਏਗਾ, ਸਾਡੀ ਗ੍ਰੈਵਿਟੀ ਘਟਦੀ ਜਾਏਗੀ। ਤੇ ਜੇਕਰ ਕੋਈ ਜਿਹੜੀ ਹੈ ਇਕੁਏਟਰ ਤੋਂ ਪੋਲ ਵਾਲੇ ਪਾਸੇ ਜਾਂਦਾ ਹੈ ਤੇ ਉੱਥੇ ਸਾਡੀ ਗ੍ਰੈਵਿਟੀ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ। ਆਈ ਥਿੰਕ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਸ਼ੇਪ ਦਾ ਵੀ ਜਿਹੜਾ ਹੈ ਅਸਰ ਪੈਂਦਾ ਹੈ ਗ੍ਰੈਵਿਟੀ ਦੇ ਉੱਪਰ। ਬੇਟਾ ਤਿੰਨ ਤਰ੍ਹਾਂ ਦੀ ਅਸੀਂ ਵੇਰੀਏਸ਼ਨ ਡਿਸਕਸ ਕੀਤੀਆਂ। ਆਲਟੀਟਿਊਡ ਦੇ ਨਾਲ ਗ੍ਰੈਵਿਟੀ ਘਟੀ, ਡੈਪਥ ਦੇ ਨਾਲ ਗ੍ਰੈਵਿਟੀ ਸਾਡੀ ਫਿਰ ਵੀ ਘਟੀ, ਤੇ ਸ਼ੇਪ ਦੇ ਵੀ ਜਿਹੜਾ ਹੈ ਉਹਦੇ ਨਾਲ ਵੀ ਗ੍ਰੈਵਿਟੀ ਅਸਰ ਹੋਇਆ। ਕਿੱਥੇ ਗ੍ਰੈਵਿਟੀ ਜ਼ਿਆਦਾ ਹੈ, ਪੋਲ ਤੇ ਜ਼ਿਆਦਾ ਹੈ। ਕਿਉਂ ਜ਼ਿਆਦਾ ਹੈ, ਉੱਥੇ ਰੇਡੀਅਸ ਘੱਟ ਹੈਗਾ। ਤੇ ਕਿੱਥੇ ਘੱਟ ਹੈ ਗ੍ਰੈਵਿਟੀ ਸਾਡੀ, ਇਕੁਏਟਰ ਤੇ। ਨਾਓ ਇਸ ਤੋਂ ਬਾਅਦ ਬੇਟਾ ਅਸੀਂ ਨੈਕਸਟ ਆਰਟੀਕਲ ਡਿਸਕਸ ਕਰਾਂਗੇ। ਥੈਂਕ ਯੂ।